Judge H.S. Sharma sent Dev and Malik to Tihar jail till November 8 after the probe agency said his custodial interrogation was over. Malik was produced before the court by the National Investigating Agency after the expiry of his 3-day custody, while Dev was already in judicial custody. Punjab Chief Minister Prakash Singh Badal has asked the centre to amend the formula followed for disbursement of funds to states. Badal has suggested that the disbursement not only be decided on the basis of their scheduled caste population, but also on the basis of their contribution to the national food grain pool. Among the suggestions that the Punjab Chief Minister has made are that the 60% weightage of population be split into 40-20 ratio between general and SC populace. Badal also asked the centre to waive the state's rupees 23,146 crore loan. Joining us in the studios for a discussion on this tonight are Professor Sucha Singh Gill, Director General, Centre for Research in Rural and Industrial Development, Chandigarh, and Rajan Kashyap, former Chief Secretary of Punjab, who handled the finance portfolio for nearly 7 years. Welcome to the studio. Thank you. Professor Gill, ਜਿਹੜੀ ਮੀਟਿੰਗ ਹੋਈ ਹੈ ਨੈਸ਼ਨਲ ਡਿਵੈਲਪਮੈਂਟ ਕੌਂਸਲ ਦੀ ਸ਼ਨੀਵਾਰ ਨੂੰ, ਉਹਦੇ ਚ ਕਰੀਬ ਸਾਰੀਆਂ ਸਟੇਟਾਂ ਨੇ ਇਹ ਡਿਮਾਂਡ ਕੀਤੀ ਹੈ ਵੀ ਜਿਹੜਾ ਸੈਂਟਰਲ ਫਾਈਨੈਂਸ਼ੀਅਲ ਪੂਲ ਹੈ ਜਿਹੜਾ ਉਹਦੇ ਚ ਉਹਨਾਂ ਦਾ ਜਿਹੜੀ ਸ਼ੇਅਰ ਆ ਉਹ ਵਧਾਇਆ ਜਾਵੇ। ਇਹ ਕਈ ਸਾਲਾਂ ਤੋਂ ਹੀ ਡਿਮਾਂਡ ਹੁੰਦੀ ਆ ਰਹੀ ਹੈ, ਤੁਹਾਨੂੰ ਲੱਗਦਾ ਵੀ ਇਹ ਡਿਮਾਂਡ ਜਾਇਜ਼ ਹੈ? ਬਿਲਕੁਲ ਜਾਇਜ਼ ਹੈ, ਕਿਉਂਕਿ ਜਿਹੜੇ ਐਕਸਪੈਂਡੀਚਰ ਦਾ ਪੈਟਰਨ ਹੈ ਉਹ ਹੈ ਕਿ ਸਟੇਟਾਂ ਕਾਫੀ ਜ਼ਿਆਦਾ ਖਰਚ ਕਰਦੀਆਂ ਨੇ, ਲੇਕਿਨ ਉਹਨਾਂ ਦਾ ਜਿਹੜਾ ਰੈਵਨਿਊ ਹੈ ਫਰੋਮ ਆਲ ਸੋਰਸਿਸ ਉਹ ਉਹਨਾਂ ਦੀ ਰਿਕੁਆਇਰਮੈਂਟ ਤੋਂ ਹਮੇਸ਼ਾ ਘੱਟ ਹੁੰਦਾ ਹੈ, ਤੋਂ ਕਰੋਨਿਕਲੀ ਡੈਫੀਸਿਟ 'ਚ ਰਹਿੰਦੀਆਂ ਨੇ। ਤੇ ਜਿਹੜਾ ਖਰਚ ਲਗਭਗ 50% ਕਰਦੇ ਨੇ ਸੈਂਟਰ ਦੇ ਸਟੇਟਸ, ਲੇਕਿਨ ਰੈਵਨਿਊ ਜਿਹੜਾ ਹੈ ਉਹ 60% ਤੋਂ ਉੱਪਰ ਸੈਂਟਰ ਕੋਲ ਜਾਂਦਾ ਹੈ, 40% ਸਟੇਟਾਂ ਕੋਲ ਜਾਂਦਾ ਹੈ। ਤੋਂ ਸਟੇਟਾਂ ਕਰੋਨਿਕਲੀ ਡਿਪੈਂਡੈਂਟ ਨੇ। ਦੂਸਰੀ ਗੱਲ ਹੈ ਕਿ ਜਦੋਂ ਸੈਂਟਰ ਸਟੇਟ ਰਿਲੇਸ਼ਨ ਕਾਰਵ ਆਊਟ ਕੀਤੇ ਸੀਗੇ ਵਿੱਚ ਜਦੋਂ ਕਨਸਟੀਟਿਊਸ਼ਨ ਬਣਿਆ ਸੀਗਾ ਉਦੋਂ ਐਗਰੀਕਲਚਰ ਦਾ ਵੇਟੇਜ ਨੈਸ਼ਨਲ ਇਕੋਨਮੀ ਦੇ ਵਿੱਚ ਕਾਫੀ ਹਾਇਰ ਸੀਗਾ, ਔਰ ਐਗਰੀਕਲਚਰ ਸਟੇਟ ਸਬਜੈਕਟ ਸੀਗਾ। ਐਗਰੀਕਲਚਰ ਤੋਂ ਜਿੰਨੇ ਟੈਕਸਿਸ ਆਉਣੇ ਸੀ ਉਹ ਸਟੇਟਾਂ ਨੂੰ ਜਾਣੇ ਸੀਗੇ। ਰੈਜ਼ੀਡਿਊ ਪਾਵਰ ਜਿਹੜੀਆਂ ਸੀਗੀਆਂ ਟੈਕਸੇਸ਼ਨ ਦੀਆਂ ਉਹ ਸੈਂਟਰ ਨੇ ਰੱਖੀਆਂ। ਤੁਹਾਨੂੰ ਯਾਦ ਹੋਣਾ ਕਿ ਪਿਛਲੇ ਸਮੇਂ ਦੇ ਵਿੱਚ ਜਿਹੜਾ ਸਰਵਿਸ ਟੈਕਸ ਦੇ ਕਰਕੇ ਔਰ ਦੂਜੇ ਕੁਝ ਨਵੇਂ ਟੈਕਸ ਲੱਗਣ ਕਰਕੇ ਸੈਂਟਰ ਕੋਲ ਰੈਵਨਿਊ ਕਾਫੀ ਗਿਆ, ਲੇਕਿਨ ਸਟੇਟਾਂ ਕੋਲ ਕਾਫੀ ਘੱਟ ਸਾਧਨ ਗਏ ਨੇ। ਔਰ ਜਿਹੜੇ ਫਾਈਨਾਂਸ ਕਮਿਸ਼ਨ ਰਾਹੀਂ ਐਲੋਕੇਸ਼ਨ ਹੈ ਉਹ 32-33% ਦੇ ਆਸ-ਪਾਸ ਜਿਹੜੀ ਹੈ ਉਹ ਸਟੇਟਾਂ ਨੂੰ ਮਿਲਦੀ ਹੈ। ਤੋ ਬਹੁਤ ਸਾਰੀਆਂ ਸਟੇਟਾਂ, ਲਗਭਗ ਸਾਰੀਆਂ ਸਟੇਟਾਂ ਜਿਹੜੀਆਂ ਨੇ ਉਹ ਕਰਜ਼ੇ 'ਚ ਫਸੀਆਂ ਨੇ ਔਰ ਸੈਂਟਰ ਤੋਂ ਕਰਜ਼ਾ ਲੈਂਦੀਆਂ ਨੇ, ਔਰ ਹੁਣ ਬਹੁਤ ਸਾਰੇ ਕਰਜ਼ੇ ਜਿਹੜੇ ਨੇ ਉਹ ਕਮਰਸ਼ੀਅਲ ਬਾਰੋਇੰਗ ਨੇ। ਤੋ ਇਸ ਕਰਕੇ ਕਰਜ਼ੇ ਦੇ ਭਾਰ ਹੇਠਾਂ ਦੱਬੀਆਂ ਨੇ, ਔਰ ਮੈਨੂੰ ਲੱਗਦਾ ਕਿ ਇਹ ਇੱਕ ਐਪਰੋਪਰੀਏਟ ਟਾਈਮ ਹੈ to re-examine center state relation। Professor ਜਿਹੜੀ ਹੁਣ ਅਰੇਂਜਮੈਂਟ ਆ ਗੈਡਗਿਲ ਫਾਰਮੂਲੇ ਦੇ ਮੁਤਾਬਿਕ ਜਿਹੜੀ ਅਰੇਂਜਮੈਂਟ ਕੀਤੀ ਹੈ, ਤੁਹਾਨੂੰ ਲੱਗਦਾ ਵੀ ਇਹ ਜਿਹੜੀ ਫੈਡਰਲ ਸਿਸਟਮ ਆ ਉਹਦੀ ਸਪਿਰਿਟ ਦੇ ਖਿਲਾਫ ਹੈ? ਨਹੀਂ, ਇਹ ਜਿਹੜੀ ਗੈਡਗਿਲ ਫਾਰਮੂਲਾ ਹੈ ਤੇ ਉਹਦੀ ਮੋਡੀਫਾਈਡ ਫਾਰਮ ਹੈ, ਇਹ 60s ਦਾ ਚੱਲਿਆ ਆ ਰਿਹਾ ਕੰਮ ਹੈ, 60-70s ਦਾ। ਜਦੋਂ ਅਸੀਂ 2011 ਦੇ ਵਿੱਚ ਗੱਲ ਕਰ ਰਹੇ ਹਾਂ, ਇਕੋਨਮੀ ਦੀ ਨੇਚਰ ਬਦਲ ਗਈ ਹੈ। ਇਸ ਵੇਲੇ ਜਿਹੜਾ ਮੇਜਰ ਸ਼ੇਅਰ ਆਫ ਇਨਕਮ ਹੈ ਉਹ ਸਰਵਿਸ ਸੈਕਟਰ ਤੋਂ ਆ ਰਿਹਾ। ਸਰਵਿਸ ਸੈਕਟਰ ਦਾ ਸ਼ੇਅਰ ਲਗਭਗ 50% ਤੋਂ ਜ਼ਿਆਦਾ ਹੈ ਕਿ 15 ਤੋਂ 20% ਮੈਨੂਫੈਕਚਰਿੰਗ ਤੇ ਇੰਡਸਟਰੀ ਸਾਰਾ ਸੈਕੰਡਰੀ ਸੈਕਟਰ ਬਣਾ ਲਈਏ, ਔਰ ਐਗਰੀਕਲਚਰ ਦਾ 15% ਹੈ, ਬਾਕੀ ਸਾਰਾ ਸਰਵਿਸ ਸੈਕਟਰ ਤੋਂ ਆ ਰਿਹਾ। ਸਰਵਿਸ ਟੈਕਸ ਜਿਹੜਾ ਹੈ
ਉਹ ਸੈਂਟਰ ਨੂੰ ਅਕਰੂ ਹੁੰਦਾ, ਸਟੇਟਾਂ ਨੂੰ ਆ ਰਿਹਾ। ਇਸ ਕਰਕੇ ਇਹ ਇੱਕ ਐਸਾ ਮੌਕਾ ਹੈ ਜਿਹਦੇ ਤੇ ਰੀ-ਐਗਜ਼ਾਮਨ ਕਰਨ ਦੀ ਲੋੜ ਹੈ। ਕਸ਼ਪ ਜੀ, ਤੁਸੀਂ ਫਾਈਨੈਂਸ ਪੋਰਟਫੋਲੀਓ ਪੰਜਾਬ ਦੇ ਬਹੁਤ ਸਾਲ ਹੈਂਡਲ ਕੀਤਾ ਔਰ ਪੰਜਾਬ ਬੜੇ ਸਾਲਾਂ ਤੋਂ ਆਪਣਾ ਸ਼ੇਅਰ ਦੇ ਵਿੱਚ ਡਿਮਾਂਡ ਕਰ ਰਿਹਾ ਵੀ ਇਹ ਵਧਾਇਆ ਜਾਏ, ਪਰ ਹੁਣ ਜਿਹੜੀਆਂ ਡਿਮਾਂਡ ਕੀਤੀ ਜਿਹੜੀ ਪਰਸੋਂ, ਉਹ ਬੜੀ ਪਿਨ ਪੁਆਇੰਟਡ ਡਿਮਾਂਡ ਕੀਤੀ ਆ ਪੰਜਾਬ ਚੀਫ ਮਿਨਿਸਟਰ ਵੱਲੋਂ, ਜਿਹੜੀ ਸਪੀਚ ਉਹਨਾਂ ਦੀ ਪੜ੍ਹੀ ਗਈ ਆ ਉਹਦੇ 'ਚ ਉਹਨਾਂ ਨੇ ਦੋ ਗੱਲਾਂ ਬੇਸਿਕਲੀ ਕੀਤੀਆਂ। ਇੱਕ ਤੇ ਜਿਹੜੀ ਸ਼ਡਿਊਲ ਕਾਸਟ ਪੋਪੂਲੇਸ਼ਨ ਹੈ ਸਟੇਟ ਦੀ, ਉਹਨੂੰ ਕੰਸੀਡਰ ਕੀਤਾ ਜਾਵੇ, ਔਰ ਪੰਜਾਬ ਦੀ ਸ਼ਡਿਊਲ ਕਾਸਟ ਪੋਪੂਲੇਸ਼ਨ ਆਲਮੋਸਟ ਕਰੀਬ 30% ਦੇ ਕਰੀਬ ਮੰਨੀ ਜਾਂਦੀ ਹੈ। ਔਰ ਦੂਸਰਾ ਇਹ ਹੈ ਕਿ ਜਿਹੜੀ ਸੈਂਟਰਲ ਫੂਡ ਗ੍ਰੇਨ ਦਾ ਪੂਲ ਹੈ, ਜਿਹੜੀਆਂ ਸਟੇਟਸ ਉਹਦੇ ਜ਼ਿਆਦਾ ਕੰਟਰੀਬਿਊਟ ਕਰਦੀਆਂ ਵਾ, ਉਹਨਾਂ ਨੂੰ ਉਹਦੀ ਕੰਸੀਡਰੇਸ਼ਨ ਮਿਲਣੀ ਚਾਹੀਦੀ ਹੈ। ਤੁਹਾਨੂੰ ਲੱਗਦਾ ਕਿ ਇਹ ਦੋਵੇਂ ਚੀਜ਼ਾਂ ਜਿਹੜੀਆਂ ਇਹ ਜਾਇਜ਼ ਡਿਮਾਂਡਸ ਹੈ? ਵੈਸੇ ਪੰਜਾਬ ਦੀ ਹਮੇਸ਼ਾ ਡਿਮਾਂਡ ਰਹੀ ਹੈ ਕਈ ਸਾਲਾਂ ਤੋਂ। ਜਿਹੜਾ ਗੈਟਗਿਲ ਫਾਰਮੂਲਾ ਜਿਹਦੀ ਆਪਾਂ ਗੱਲ ਕਰਦੇ ਹਾਂ, ਉਹ ਇੱਕ ਤਰ੍ਹਾਂ ਵਿਤਕਰਾ ਸੀ ਪੰਜਾਬ ਦੇ ਬਰਖਲਾਫ ਔਰ ਹੋਰ ਸਟੇਟਾਂ ਦੇ ਬਰਖਲਾਫ, ਜਿਹੜੇ ਕਿ ਅੱਛੀਆਂ ਪਰਫਾਰਮੈਂਸ ਦਿਖਾ ਰਹੀਆਂ ਸੀ, ਕਿਉਂਕਿ ਪਾਵਰਟੀ ਕ੍ਰਾਈਟੇਰੀਅਨ ਜ਼ਿਆਦਾ ਸੀਗੇ। ਜਿਹੜੀ ਗਰੀਬ ਗੁਰਬਤ ਕਰਕੇ ਤੁਸੀਂ ਜ਼ਿਆਦਾ ਉਹਨਾਂ ਨੂੰ ਲੋਨ ਔਰ ਗ੍ਰਾਂਟ ਦੇ ਰਹੇ ਸੀਗੇ ਬਜਾਏ ਕਿ ਆਪਣੀ ਪਰਫਾਰਮੈਂਸ। ਸੋ ਪੰਜਾਬ ਦਾ ਹਮੇਸ਼ਾ ਇਹ ਉਹਨਾਂ ਦੇ ਸਾਹਮਣੇ ਅਪੀਲ ਸੀਗੀ ਗਵਰਨਮੈਂਟ ਆਫ ਇੰਡੀਆ ਦੇ ਸਾਹਮਣੇ ਕਿ ਜੀ ਸਾਨੂੰ ਤੁਸੀਂ ਪੀਨਲਾਈਜ਼ ਕਰ ਰਹੇ ਹੋ ਸਾਡੀ ਐਫੀਸ਼ੀਐਂਸੀ ਕਰਕੇ। ਅਸੀਂ ਇੰਨੀ ਕਣਕ ਉਗਾਈ, ਇੰਨੀ ਝੋਨਾ ਉਗਾਇਆ, ਇੰਨਾ ਸਾਰੇ ਇੰਡੀਆ ਨੂੰ ਅਸੀਂ ਫੀਡ ਕਰ ਰਹੇ ਹਾਂ, ਔਰ ਗਰੀਬੀ ਵੀ ਅਸੀਂ ਘੱਟ ਕੀਤੀ। ਕਿਉਂਕਿ ਅਸੀਂ ਗਰੀਬੀ ਘੱਟ ਕੀਤੀ, ਇਸ ਕਰਕੇ ਸਾਨੂੰ ਸੈਂਟਰਲ ਜਿਹੜੇ ਪੂਲ ਦੇ ਵਿੱਚੋਂ ਰਿਸੋਰਸਿਸ ਘੱਟ ਆਉਂਦੇ ਸੀ। ਹੁਣ ਉਲਟਾ ਹੋ ਗਿਆ ਹੈਗਾ ਓਵਰ ਦ ਈਅਰਸ, ਜੋ ਕਿਉਂਕਿ ਮੈਂ ਕਈ ਸਾਲ ਫਾਈਨੈਂਸ ਦੇ ਵਿੱਚ ਦੇਖਿਆ, ਅਕਾਲੀ ਗਵਰਨਮੈਂਟ ਨਾਲ ਵੀ ਫਾਈਨੈਂਸ ਸੈਕਟਰੀ ਸੀ ਔਰ ਕਾਂਗਰਸ ਦੇ ਨਾਲ ਵੀ। ਇਹ ਜਦੋਂ ਤੋਂ 1984-85 ਜਦੋਂ ਅੱਤਵਾਦ ਸ਼ੁਰੂ ਹੋਇਆ, ਉਸ ਵੇਲੇ ਪੰਜਾਬ ਦੀ ਸਥਿਤੀ ਜਿਹੜੀ ਖਰਾਬ ਹੋਣੀ ਸ਼ੁਰੂ ਹੋਈ ਔਰ ਸਾਡੀ ਲੋਨ ਵੀ ਉਦੋਂ ਵਧੇ। ਜਿਹੜੇ ਆਪਣੇ ਹੁਣ ਇਹ ਹਾਲ ਹੋ ਗਿਆ ਹੈਗਾ ਕਿ ਆਪਣੀਆਂ ਤਨਖਾਹ ਦੇਣ ਲਈ ਵੀ ਆਪਾਂ ਲੋਨ ਰਹਿ ਰਹੇ ਹਾਂ। ਇਸ ਨੂੰ ਕਹਿੰਦੇ ਆ ਡੈਟ ਟ੍ਰੈਪ। ਗਿੱਲ ਸਾਹਿਬ ਤਾਂ ਐਕਸਪਰਟ ਹੈਗੇ ਇਸ ਗੱਲ ਦੇ ਵਿੱਚ। ਇਹਨੂੰ ਡੈਟ ਟ੍ਰੈਪ ਕਹਿੰਦੇ, ਇੱਕ ਤਰ੍ਹਾਂ ਸ਼ਿਕੰਜੇ 'ਚ ਫਸ ਗਏ ਹੈਗੇ। ਕਿਉਂਕਿ ਜੇ ਗਵਰਨਮੈਂਟ ਤੋਂ ਪੈਸਾ ਆਪਣਾ ਪੂਰਾ ਖਰਚਾ ਨਾ ਨਿਕਲੇ ਆਪਣੇ ਰੈਵਨਿਊ ਦੇ ਵਿੱਚੋਂ, ਤਾਂ ਉਹਨਾਂ ਨੇ ਲੋਨ ਲੈਣਾ। ਜੇ ਲੋਨ ਲੈ ਕੇ ਤੁਸੀਂ ਤਨਖਾਹਾਂ ਦੇਣੀਆਂ, ਤਾਂ ਇੱਕ ਤਰ੍ਹਾਂ ਤੁਸੀਂ ਇਸ 'ਚੋਂ ਨਿਕਲ ਹੀ ਨਹੀਂ ਸਕਦੇ। ਹੁਣ ਜਿਹੜੀ ਡਿਮਾਂਡ ਹੈਗੀ ਹੈ, ਹੁਣ ਗਵਰਨਮੈਂਟ ਆਫ ਪੰਜਾਬ ਜਿਹੜੀ ਹੈ ਉਹ ਆਪਣੇ ਮੈਰਿਟ ਦੇ ਉੱਪਰ ਨਹੀਂ ਮੰਗ ਰਹੇ ਹੈਗੇ। ਪਹਿਲਾਂ ਤਾਂ ਕਹਿੰਦੇ ਸੀ ਨਹੀਂ ਜੀ ਸਾਡੀ ਐਫੀਸ਼ੀਐਂਸੀ ਦੇ ਉੱਪਰ। ਹੁਣ ਜੋ ਇਸ 'ਚ ਕਮਜ਼ੋਰੀ ਹੈ ਉਹ ਇਹ ਹੈ ਕਿ ਆਪਣੇ ਮੈਰਿਟ ਨੂੰ ਭੁੱਲ ਗਏ ਕਿ ਜੀ ਹਾਂ ਅਸੀਂ ਮੈਰਿਟ ਤਾਂ ਮੰਨ ਗਏ ਕਿ ਅਸੀਂ ਕਮਜ਼ੋਰੀ, ਹੁਣ ਆਪਾਂ ਨੇ ਫਿਸਕਲ ਮਿਸਮੈਨੇਜਮੈਂਟ ਕੀਤੀ। ਇਸ ਗਵਰਨਮੈਂਟ ਨੇ ਨਹੀਂ, ਪੁਰਾਣੀਆਂ ਗਵਰਨਮੈਂਟਾਂ ਨੇ ਵੀ ਫਿਸਕਲ ਮਿਸਮੈਨੇਜਮੈਂਟ ਕਰਕੇ ਓਵਰ ਦ ਈਅਰਸ ਸਾਡਾ ਖਰਚਾ ਵਧਿਆ ਔਰ ਇਨਫਲੋ ਘਟ ਗਿਆ। ਗੈਟਗਿਲ ਫਾਰਮੂਲਾ ਦੇ ਵਿੱਚ ਬੈਕਵਰਡਨੈਸ ਆਫ ਦੀ ਸਟੇਟਸ ਵੀ ਇੱਕ ਕ੍ਰਾਈਟੇਰੀਆ ਹੈ, ਕ੍ਰਾਈਟੇਰੀਆ ਸੀਗਾ ਔਰ ਪੰਜਾਬ ਉਹਨੂੰ ਹੁਣ ਇੱਕ ਤਰੀਕੇ ਨਾਲ ਰੀਡਿਫਾਈਨ ਕਰਨ ਦੀ ਕੋਸ਼ਿਸ਼ ਕਰ ਰਿਹਾ। ਇਹ ਕਹਿ ਰਿਹਾ ਵੀ ਜੇ ਮੈਂ ਕਹਿੰਦਾ ਹੈਗਾ ਪੋਪੂਲੇਸ਼ਨ ਜ਼ਿਆਦਾ ਤੇ ਉਹਨੂੰ ਮੇਰਾ ਇਹ ਕਹਿਣਾ ਹੈਗਾ ਕਿ ਫੰਡਾਮੈਂਟਲ ਫਲੋ ਹੈਗਾ। ਬਜਾਏ ਕਿ ਤੁਸੀਂ ਕਹੀਏ ਕਿ ਜੀ ਸਾਨੂੰ ਬੈਕਵਰਡਨੈਸ ਦੇ ਬੇਸਿਸ ਤੇ ਪੈਸਾ ਦਿੱਤਾ ਜਾਵੇ, ਉਹਨਾਂ ਨੂੰ ਚਾਹੀਦਾ ਹੈ ਕਿ ਪਰਫਾਰਮੈਂਸ ਬੇਸ ਤੇ ਦਿੱਤਾ ਜਾਵੇ। ਉਸ ਦੇ ਨਾਲ ਸਾਰੇ ਮੁਲਕ ਨੂੰ ਫਾਇਦਾ ਹੈ। ਸਾਰੀਆਂ ਸਟੇਟਾਂ ਪਰਫਾਰਮੈਂਸ ਦੇਣਗੀਆਂ। ਪਿਛਲੇ ਸਾਲਾਂ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ ਹਰੇਕ ਸਟੇਟ ਦੇ ਨਾਲ MOU ਕੀਤਾ ਕਿ ਜੀ ਜੇ ਤੁਸੀਂ ਆਪਣੀ ਰਿਫਾਰਮ ਕਰੋਗੇ ਤਾਂ ਤੁਹਾਨੂੰ ਅਸੀਂ ਐਕਸਟਰਾ ਵੇਟੇਜ ਦੇਵਾਂਗੇ। ਹੁਣ ਜਿਹੜੀ ਰਿਫਾਰਮ ਦਾ ਜਿਹੜਾ ਕੰਮ ਕਰਨਾ ਸੀ ਉਹ ਪੰਜਾਬ ਗਵਰਨਮੈਂਟ ਨੇ ਸਭ ਤੋਂ ਘੱਟ ਕੀਤਾ। 90 ਤੱਕ ਔਰ 95 ਤੱਕ ਔਰ 98 ਤੱਕ ਪੰਜਾਬ ਨੰਬਰ 1 ਤੇ ਸੀ। ਸ਼ਾਇਦ ਹਰਿਆਣਾ ਇਹ ਡਿਮਾਂਡ ਕਰ ਰਿਹਾ ਵੀ ਪਰਫਾਰਮੈਂਸ ਬੇਸ ਦੇ ਉਹਨਾਂ ਨੂੰ ਸ਼ਾਇਦ ਰਿਵਾਰਡ ਕਰਨਾ ਚਾਹੀਦਾ। ਕਰਦੇ ਹੋਣੇ ਪੰਜਾਬ ਨੂੰ ਵੀ ਚਾਹੀਦਾ ਹੈਗਾ, ਪਰ ਜੇ ਪਰਫਾਰਮੈਂਸ ਬੇਸ ਤੇ ਕਰਨਾ ਹੋਊਗਾ ਤਾਂ ਇਹਨਾਂ ਨੂੰ ਆਪ ਕਮਿਟਮੈਂਟ ਕਰਨੀ ਪਊਗੀ। ਰਿਫਾਰਮ ਕੀਤੇ ਬਿਨਾਂ ਤਾਂ ਪਰਫਾਰਮੈਂਸ ਹੋਣਾ ਨਹੀਂ ਹੈਗਾ। ਜੇ ਤੁਸੀਂ ਫ੍ਰੀ ਪਾਵਰ ਦਿੰਦੇ ਰਹੋ ਲੋਕਾਂ ਨੂੰ, ਫਾਰਮਰ ਨੂੰ, ਔਰ ਇਹੋ ਜਿਹੇ ਸਬਸਿਡੀ ਕਰੀ ਜਾਓ, ਮਿਊਨਿਸਪਲ ਟੈਕਸਿਸ ਵਧਾਓ ਨਾ, ਪੰਚਾਇਤਾਂ ਨੂੰ ਪਾਵਰ ਨਾ ਦਿਓ, ਸਭ ਕੁਝ ਤੁਸੀਂ ਸੈਂਟਰਲਾਈਜ਼ ਕੀਤਾ ਹੋਇਆ। ਇੱਕ ਪਾਸੇ ਤਾਂ ਪੰਜਾਬ ਗਵਰਨਮੈਂਟ ਕਹਿੰਦੀ ਹੈ ਕਿ ਜੀ ਸਾਨੂੰ ਸੈਂਟਰਲ ਗਵਰਨਮੈਂਟ ਤੋਂ ਸ਼ਿਕੰਜੇ ਚੋਂ ਨਿਕਾਲੋ ਕਿਉਂਕਿ ਅਸੀਂ ਸੈਂਟਰਲਾਈਜ਼ ਕੀਤਾ ਹੋਇਆ। ਇੱਥੇ ਸਭ ਕੁਝ ਸੈਂਟਰਲਾਈਜ਼ ਕਰ ਰਹੇ ਕਿਉਂਕਿ ਨਾ ਪੰਚਾਇਤਾਂ ਨੂੰ ਨਾ ਮਿਊਨਿਸਪਲ ਕਮੇਟੀਜ਼ ਨੂੰ ਪਾਵਰਸ ਦਿੱਤੀਆਂ, ਉਹਨਾਂ ਦੇ ਸਾਰੇ ਪਾਵਰ ਆਪਣੇ ਕੋਲ ਲਈਆਂ ਹੋਈਆਂ। ਸੋ ਇਹ ਇੱਕ ਤਰ੍ਹਾਂ ਦੇ ਗਵਰਨੈਂਸ ਦਾ ਇਸ਼ੂ ਹੈਗਾ ਕਿ ਗਵਰਨਮੈਂਟ ਆਫ ਇੰਡੀਆ ਤੋਂ ਵੀ ਪੈਸਾ ਆਉਣਾ ਚਾਹੀਦਾ, ਪਰ ਲਿੰਕ ਹੋਣਾ ਚਾਹੀਦਾ ਐਫੀਸ਼ੀਐਂਸੀ। ਜੀ ਕਸ਼ਪ ਜੀ, ਆਪਾਂ ਹੁਣੇ ਗਵਰਨੈਂਸ ਦੀ ਗੱਲ ਕਰਦੇ ਹਾਂ। ਪ੍ਰੋਫੈਸਰ ਗਿੱਲ, ਪੰਜਾਬ ਇਹ ਵੀ ਡਿਮਾਂਡ ਕਰ ਰਿਹਾ ਵੀ ਜਿਹੜਾ ਕਰਜ਼ਾ ਵਾ ਕਰੀਬ 23,000 ਕਰੋੜ ਦਾ, ਉਹ ਵੇਵ ਆਫ ਹੋਣਾ ਚਾਹੀਦਾ ਵਾ। ਇਹ ਬਹੁਤਾ ਕਰਜ਼ਾ ਸ਼ਾਇਦ ਮਿਲੀਟੈਂਸੀ ਤੋਂ, ਅੱਤਵਾਦ ਤੋਂ ਸ਼ੁਰੂ ਹੋਇਆ ਸੀ, ਜਦੋਂ ਅੱਤਵਾਦ ਇੱਥੇ ਸੀ ਪੰਜਾਬ ਦੇ। ਨਹੀਂ, ਜਿਹੜਾ ਅੱਤਵਾਦ ਨਾਲ ਰਿਲੇਟਡ ਕਰਜ਼ਾ ਸੀ ਉਹ ਮਾਫ ਹੋ ਚੁੱਕਿਆ। ਹੁਣ ਜਿਹੜਾ ਕਰਜ਼ਾ ਹੈ, ਜਿਵੇਂ ਕੈਸ਼ਪ ਸਾਹਿਬ ਕਹਿ ਰਹੇ ਨੇ, ਇਹ ਕਰਜ਼ਾ ਫਿਸਕਲ ਮਿਸਮੈਨੇਜਮੈਂਟ ਕਰਕੇ ਚੱਕਿਆ ਇਹਨਾਂ ਦਾ, ਕਿ ਹਰ ਸਾਲ 8-10 ਹਜ਼ਾਰ ਕਰੋੜ ਦਾ ਕਰਜ਼ਾ ਵਾਧਾ ਹੁਣ 70,000 ਕਰੋੜ ਦੇ ਨਾ ਜੀ 80 ਦੇ ਕਰੀਬ ਚ ਪਹੁੰਚ ਗਿਆ ਹੁਣ।
ਤੋ ਇਸ ਕਰਕੇ ਇਹਦੇ ਉੱਤੇ ਜੇ 10% ਵੀ ਵਿਆਜ ਲਈ ਤਾਂ 8000 ਪਰ ਪੰਜਾਬ ਤੇ ਸਿਰਫ ਕਹਿ ਰਿਹਾ ਨਾ ਵੀ ਵੇਵ ਆਫ ਕਰੋ, ਜਿਹੜਾ 23000 ਕਰੋੜ ਹੈ, ਜਿਹੜਾ 23000 ਪ੍ਰਿੰਸੀਪਲ ਅਮਾਉਂਟ ਹੈ। ਨੋ ਜਿਹੜਾ ਪ੍ਰਿੰਸੀਪਲ ਅਮਾਉਂਟ ਅੱਤਵਾਦ ਦੇ ਫੇਜ਼ ਵਾਲਾ ਉਹ 2 ਫੇਜ਼ਸ ਮਾਫ ਹੋ ਚੁੱਕਿਆ, ਉਹ ਕੋਈ ਕਰਜ਼ਾ ਹੁਣ ਪੈਂਡਿੰਗ ਨਹੀਂ ਹੈ। ਇਹ ਸਾਰੇ ਦਾ ਸਾਰਾ ਕਰਜ਼ਾ ਜਿਹੜਾ ਹੈ ਇਹ ਲੇਟਰ ਫੇਜ਼ ਦੇ ਵਿੱਚ ਜਿਹੜੀ ਫਿਸਕਲ ਮੈਨੇਜਮੈਂਟ ਇਹ ਕਰਜ਼ਾ ਮਾਫ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ, ਜਿਵੇਂ ਪੰਜਾਬ ਨਹੀਂ, ਜੇ ਇੱਕ ਵਾਰੀ ਮਾਫ ਕਰਦਾ ਫਿਰ ਚੜ ਜਾਊਗਾ ਸਿਰ ਤੇ। ਕਿ ਅਸਲ ਸੋਲੂਸ਼ਨ ਤੇ ਇਹਦਾ ਇਹ ਹੈ ਕਿ ਕਿਸੇ ਪਾਸਿਓਂ ਜਿਹੜਾ ਰੈਵਨਿਊ ਹੈ ਸਟੇਟ ਦਾ ਉਹ ਵਧੇ। ਉਹਦੇ 2 ਸੋਰਸ ਨੇ, ਜਾਂ ਤੇ ਸੈਂਟਰ ਵੱਲੋਂ ਜਿਹੜੇ ਸੈਂਟਰ ਸਟੇਟ ਰਿਲੇਸ਼ਨ ਠੀਕ ਹੋ ਕੇ ਟ੍ਰਾਂਸਫਰ ਆਫ ਫੰਡਸ ਜ਼ਿਆਦਾ ਵੱਧ ਜੇ। ਦੂਸਰਾ ਇਹ ਹੈ ਕਿ ਇਹ ਟੈਕਸ ਕੰਪਲਾਇੰਸ ਵਧਾਉਣ। ਜਿਵੇਂ ਇੱਕ ਅੰਤਰਰਾਸ਼ਟਰੀ ਪੱਧਰ ਤੇ ਨੋਬਲ ਲਾਰੀਅਟ ਨੇ ਚੈਨਰੀ ਉਹਨਾਂ ਨੇ ਵਰਕ ਕੀਤਾ ਕਿ ਜਦੋਂ ਤੁਹਾਡੀ ਪਰ ਕੈਪੀਟਾ ਇਨਕਮ $1000 ਕ੍ਰਾਸ ਕਰ ਗਏ, ਜਿਵੇਂ ਪੰਜਾਬ ਦੀ ਕਈ ਸਾਲਾਂ ਤੋਂ ਕੀਤੀ ਹੈ, ਤਾਂ ਉਦੋਂ 15-16% ਜਿਹੜੀ ਇਨਕਮ ਹੈ ਉਹ ਟੈਕਸ ਦੇ ਫਾਰਮ 'ਚ ਇਕੱਠੀ ਕਰਨੀ ਚਾਹੀਦੀ ਹੈ। ਤਾਂ ਅਸੀਂ 8.5% ਤੁਰੇ ਫਿਰਦੇ ਹਾਂ। ਸੋ ਅਸੀਂ ਚੁੰਗੀ ਅਬਾਲਿਸ਼ ਕਰਤੀ, ਪ੍ਰਾਪਰਟੀ ਟੈਕਸ ਨਹੀਂ ਲਾਇਆ ਅਰਬਨ ਏਰੀਆ 'ਚ, ਤੇ ਜਿਹੜਾ ਵੈਟ ਤੋਂ ਜਿੰਨੀ ਅਮਾਉਂਟ ਇਕੱਠੀ ਹੁੰਦੀ ਹੈ ਉਹਦਾ 10% ਮਿਊਨਿਸਪੈਲਿਟੀ ਨੂੰ ਦੇਣ ਲੱਗੇ। ਸੋ ਅਸੀਂ ਟੈਕਸ ਨਾ ਕੰਪਲਾਇੰਸ ਕਰਾਉਣਾ ਚਾਹੁੰਦੇ ਆ, ਨਾ ਟੈਕਸ ਇਕੱਠਾ ਕਰਨਾ। ਸ਼ਾਇਦ ਕਰਜ਼ਾ ਮਾਫ ਹੋਊਗਾ ਤੇ ਫਿਰ ਇੱਕ ਇਟ ਵਿਲ ਸੈਟ ਅ ਨਿਊ ਪ੍ਰੈਸੀਡੈਂਟ, ਕਿਉਂਕਿ 2 ਸਟੇਟਸ ਦੇ ਵਿੱਚ ਹੋਰ ਵੀ ਕਾਫੀ ਉਹਨਾਂ ਦਾ ਕਰਜ਼ਾ, ਜਿਵੇਂ ਕੇਰਲਾ ਔਰ ਸ਼ਾਇਦ ਵੈਸਟ ਬੰਗਾਲ ਦਾ ਵੀ ਕਾਫੀ ਕਰਜ਼ਾ। ਇਹ ਸਾਰੀਆਂ ਸਟੇਟਾਂ ਕਰਜ਼ੇ 'ਚ ਨੇ। ਇਨਫੈਕਟ ਜਦੋਂ 2001 ਦੇ ਵਿੱਚ ਆਈਏ ਤਾਂ ਉਦੋਂ ਏਡ ਕਰਕੇ ਸਾਡਾ ਕਰਜ਼ਾ ਜਿਹੜਾ ਸੀਗਾ ਉਹ ਸਟੇਟ ਡੋਮੈਸਟਿਕ ਪ੍ਰੋਡਕਟ ਦਾ ਇੱਕ ਰੀਜ਼ਨੇਬਲ ਲਿਮਿਟ 'ਚ ਆ ਗਿਆ ਸੀਗਾ। ਸੋ ਇਹ ਤਾਂ ਅਸੀਂ ਕਿਉਂਕਿ ਇੱਕ ਵਾਰੀ ਜੇ ਸਾਨੂੰ ਰਿਲੀਫ ਮਿਲ ਵੀ ਗਿਆ ਫਿਰ ਫਸ ਜਾਾਂਗੇ। ਅਸਲ ਫੰਡਾਮੈਂਟਲ ਕੁਐਸਚਨ ਇਹ ਆ ਕਿ ਕੀ ਅਸੀਂ ਆਪਣੇ ਰਿਸੋਰਸਿਸ ਨੂੰ ਠੀਕ ਤਰ੍ਹਾਂ ਇਕੱਠੇ ਕਰਨ ਨੂੰ ਤਿਆਰ ਹੈ ਕਿ ਨਹੀਂ, ਟੈਕਸ ਜਿੰਨੀ ਪੋਟੈਂਸ਼ੀਅਲ ਹੈ ਉਹਨੂੰ ਰਿਅਲਾਈਜ਼ ਕਰਨ ਨੂੰ ਤਿਆਰ ਹੈ ਕਿ ਨਹੀਂ। ਦੂਜਾ ਇਹ ਹੈ ਕਿ ਜਿਹੜਾ ਅਕਾਲੀ ਦਲ ਦਾ ਏਜੰਡਾ ਸੀ ਅਸਲ ਦੇ ਵਿੱਚ ਮੋਰ ਪਾਵਰ ਟੂ ਦਾ ਸਟੇਟਸ, ਉਹ ਪਿਛਲੇ 20 ਸਾਲ ਤੋਂ ਛੱਡਿਆ ਹੋਇਆ। ਔਰ ਜਿਹੜੀਆਂ ਸਟੇਟਾਂ ਮੰਗ ਰਹੀਆਂ ਨੇ, ਬਹੁਤ ਸਾਰੀਆਂ ਸਟੇਟਾਂ ਮੰਗ ਰਹੀਆਂ ਨੇ ਇਸ ਵੇਲੇ, ਈਵਨ ਬੀਜੇਪੀ ਰੂਲਡ ਸਟੇਟਸ ਮੰਗ ਰਹੀਆਂ ਕਿ ਸਾਨੂੰ ਜ਼ਿਆਦਾ ਟੈਕਸ ਦੇ ਸਾਧਨ ਦਿਓ, ਉਹਨੂੰ ਰੀਲੁੱਕ ਕਰਨ ਦੀ ਜ਼ਰੂਰਤ ਹੈ।